हाँ जी गुड मॉर्निंग सारिਆਂ ਨੂੰ ਤਾਂ ਆਪਾਂ ਆਪਦੇ ਚੈਪਟਰ ਨੂੰ ਲਾਈਟ ਰਿਫਲੈਕਸ਼ਨ ਐਂਡ ਰਿਫਰੈਕਸ਼ਨ ਨੂੰ ਕੰਟੀਨਿਊ ਕਰਦੇ ਹਾਂ ਤੇ ਆਪਾਂ ਅਗਲਾ ਟੌਪਿਕ ਸਟਾਰਟ ਕਰਦੇ ਹਾਂ ਰਿਫਰੈਕਸ਼ਨ ਆਫ ਲਾਈਟ ਪ੍ਰਕਾਸ਼ ਦਾ ਅਪਵਰਤਨ। ਤੁਸੀਂ ਸਾਰਿਆਂ ਨੇ ਕੁਝ ਕਿਰਿਆਵਾਂ ਜਿਨ੍ਹਾਂ ਬਾਰੇ ਮੈਂ ਦੱਸੂਗੀ ਉਹ ਸਾਰਿਆਂ ਨੇ ਆਬਜ਼ਰਵ ਕੀਤੀਆਂ ਹੋਣੀਆਂ ਆਪਦੇ ਆਲੇ ਦੁਆਲੇ 'ਚ। ਕਈ ਵਾਰੀ ਅਸੀਂ ਜਿਵੇਂ ਮੰਨ ਲਓ ਪਾਣੀ ਪਾਤਾ ਗਲਾਸ ਦੇ ਵਿੱਚ, ਉਹਦੇ 'ਚ ਇੱਕ ਸਿੱਕਾ ਸਿੱਟਤਾ ਤਾਂ ਅਸੀਂ ਜਦੋਂ ਉੱਪਰੋਂ ਦੇਖਾਂਗੇ ਨਾ ਸਾਨੂੰ ਐਂ ਲੱਗੂਗਾ ਕਿ ਸਿੱਕਾ ਉੱਪਰ ਨੂੰ ਉੱਠਿਆ ਹੋਇਆ। ਗਲਾਸ ਦੇ ਵਿੱਚ ਅਸੀਂ ਪੈਨਸਿਲ ਰੱਖਤੀ ਤਾਂ ਪੈਨਸਿਲ ਦਾ ਸਾਨੂੰ ਇੱਕ ਸਿਰਾ ਹੈ ਜਿਹੜਾ ਉਹ ਵੀ ਥੋੜਾ ਜਿਹਾ ਮੁੜਿਆ ਹੋਇਆ ਨਜ਼ਰ ਆਊਗਾ। ਇਹ ਜਿਹੜੀਆਂ ਆਬਜ਼ਰਵੇਸ਼ਨ ਹੈ ਇਹਨਾਂ ਦੇ ਪਿੱਛੇ ਕੋਈ ਕਾਰਨ ਹੁੰਦਾ ਤਾਂ ਉਸੇ ਕਾਰਨ ਦੀ ਅੱਜ ਅਸੀਂ ਡਿਸਕਸ਼ਨ ਕਰਾਂਗੇ ਜਿਹਨੂੰ ਅਸੀਂ ਨਾਮ ਦਿੱਤਾ ਹੈ ਪ੍ਰਕਾਸ਼ ਦਾ ਅਪਵਰਤਨ। ਤਾਂ ਇਹ ਜਿਹੜਾ ਪ੍ਰਕਾਸ਼ ਦਾ ਅਪਵਰਤਨ ਹੈ ਇਹ ਸਾਨੂੰ ਇਹ ਦੱਸੂਗਾ ਵੀ ਜਦੋਂ ਵੀ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ 'ਚ ਜਾਂਦੀ ਹੈ ਤਾਂ ਉਹ ਹਮੇਸ਼ਾ ਸਰਲ ਰੇਖਾ 'ਚ ਨਹੀਂ ਰਹਿੰਦੀ, ਉਹ ਜਮਾਂ ਸਟ੍ਰੇਟ ਲਾਈਨ 'ਚ ਨਹੀਂ ਰਹਿੰਦੀ। ਉਹ ਆਪਦਾ ਜਿਹੜਾ ਪਾਥ ਹੈ ਉਹਨੂੰ ਆਪਦਾ ਜਿਹੜਾ ਰਸਤਾ ਹੈ ਉਹਨੂੰ ਥੋੜਾ ਜਿਹਾ ਬਦਲਦੀ। ਆਪਾਂ ਹੁਣ ਤੱਕ ਪਿੱਛੇ ਕੀ ਪੜਿਆ ਸੀਗਾ ਰਿਫਲੈਕਸ਼ਨ ਦੇ ਅੰਦਰ ਕਿ ਹਾਂ ਉਹ ਸਟ੍ਰੇਟ ਉਵੇਂ ਮੂਵ ਕਰ ਜੂਗੀ, ਟਕਰਾ ਕੇ ਉਸੇ ਐਂਗਲ ਤੇ ਚਲੀ ਜਾਊਗੀ। ਸਾਰਾ ਸਿਸਟਮ ਇਹਦੇ 'ਚ ਵੀ ਉਵੇਂ ਹੈ, ਪਰ ਇਹਦੇ 'ਚ ਮੇਨ ਮੁੱਦਾ ਲਿਆ ਗਿਆ ਕਿ ਜਦੋਂ ਅਸੀਂ ਮੀਡੀਅਮ ਚੇਂਜ ਕਰਾਂਗੇ, ਮਾਧਿਅਮ ਚੇਂਜ ਕਰਾਂਗੇ, ਕਦੇ ਅਸੀਂ ਹਵਾ ਦੇ ਵਿੱਚ ਪ੍ਰਕਾਸ਼ ਦੇਖਾਂਗੇ, ਕਦੇ ਅਸੀਂ ਪਾਣੀ ਦੇ ਵਿੱਚ ਪ੍ਰਕਾਸ਼ ਦੀ ਚਾਲ ਦੇਖਾਂਗੇ ਤਾਂ ਹਰ ਵਾਰੀ ਉਹ ਅਲੱਗ-ਅਲੱਗ ਹੋਊਗੀ। ਤਾਂ ਇਸ ਟੌਪਿਕ ਨੂੰ ਆਪਾਂ ਸ਼ੁਰੂ ਕਰਦੇ ਹਾਂ। ਨਾਲ ਦੀ ਨਾਲ ਕਈ ਵਾਰ ਆਪਾਂ ਹੋਰ ਵੀ ਬਹੁਤ ਸਾਰੀਆਂ ਖੈਰ ਚੀਜ਼ਾਂ ਜਿਵੇਂ ਕੱਚ ਦੀ ਸਲੈਬ ਵਾਲਾ ਜਿਹੜਾ ਇਹ ਤਾਂ ਤੁਸੀਂ ਆਬਜ਼ਰਵ ਕੀਤਾ ਹੀ ਹੋਣਾ, ਕੋਈ ਵੀ ਕਾਪੀ ਹੈ ਕੁਝ ਵੀ ਲਿਖਿਆ ਉਹਦੇ ਤੇ ਕੱਚ ਦੀ ਇੱਕ ਗਲਾਸ ਦੀ ਸਲੈਬ ਰੱਖੋ, ਤੁਹਾਨੂੰ ਜਿਹੜੇ ਉਹਦੇ 'ਚ ਵਰਡਸ ਲਿਖੇ ਹੋਣਗੇ ਨਾ ਉਹ ਵੀ ਉੱਤੇ ਨੂੰ ਹੋਏ ਉੱਠੇ ਹੋਏ ਨਜ਼ਰ ਆਉਣਗੇ। ਕੋਈ ਵੀ ਬੁੱਕ ਲੈ ਲਓ ਉਹਦੇ ਤੇ ਗਲਾਸ ਸਲੈਬ ਰੱਖ ਦਿਓ ਤੇ ਸਾਨੂੰ ਲੱਗੂਗਾ ਵੀ ਇਹ ਜਿਹੜੇ ਸ਼ਬਦ ਹੈ ਇਹ ਵੀ ਉੱਪਰ ਨੂੰ ਉੱਠੇ ਹੋਏ ਅੱਖਰ ਸਾਰੇ। ਉਸ ਤੋਂ ਬਾਅਦ ਮੰਨ ਲਓ ਜੇ ਤੁਸੀਂ ਉਹਦੀ ਜਗ੍ਹਾ ਤੇ ਕੋਈ ਪਾਰਦਰਸ਼ੀ ਪਲਾਸਟਿਕ ਦੀ ਕੋਈ ਸਲੈਬ ਰੱਖ ਦੋਗੇ, ਟੁਕੜਾ ਕੋਈ ਵੀ ਚੌਰਸ ਜਾਂ ਕਿਵੇਂ ਵੀ, ਤਾਂ ਜੇ ਤੁਸੀਂ ਪਲਾਸਟਿਕ ਦਾ ਰੱਖ ਦੋਗੇ ਕਿ ਉਦੋਂ ਵੀ ਆਏ ਹੋਊਗਾ। ਤਾਂ ਇਸੇ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕਰਦਾ ਸਾਡਾ ਪ੍ਰਕਾਸ਼ ਦਾ ਅਪਵਰਤਨ ਟੌਪਿਕ। ਹੁਣ ਆਪਾਂ ਇਹਦੇ 'ਚ ਜਿਹੜੀ ਸਟਾਰਟਿੰਗ ਸਭ ਤੋਂ ਪਹਿਲਾਂ ਕਰਾਂਗੇ ਕਿਉਂਕਿ ਇਹਦੇ 'ਚ ਉਹਦੇ ਵਾਂਗੂ ਨਹੀਂ ਨਾ ਰਿਫਲੈਕਸ਼ਨ 'ਚ ਤਾਂ ਲਾਈਟ ਸਿੱਧੀ ਟਕਰਾ ਕੇ ਚਲੀ ਗਈ, ਇਹਦੇ 'ਚ ਉਵੇਂ ਨਹੀਂ। ਇਹਦੇ 'ਚ ਸਾਨੂੰ ਇੱਕ ਗਲਾਸ ਸਲੈਬ ਪਹਿਲਾਂ ਲੈਣੀ ਪਊਗੀ। ਇੱਕ ਅਸੀਂ ਇਹਦੇ 'ਚ ਕੀ ਲੈਂਦੇ ਹਾਂ ਗਲਾਸ ਸਲੈਬ ਲੈਂਦੇ ਹਾਂ, ਰੈਕਟੈਂਗੂਲਰ ਲੈ ਲੈਂਦੇ ਹਾਂ ਗਲਾਸ ਸਲੈਬ। ਜਿਵੇਂ ਪ੍ਰਕਾਸ਼ ਦੀ ਕਿਰਨ ਆਈ, ਆ ਪ੍ਰਕਾਸ਼ ਦੀ ਕਿਰਨ, ਉਸ ਤੋਂ ਬਾਅਦ ਜਦੋਂ ਇਸ ਮੀਡੀਅਮ 'ਚ ਐਂਟਰ ਕੀਤੀ ਨਾ ਥੋੜੀ ਜਿਹੀ ਆਪਦੇ ਰਸਤੇ ਤੋਂ ਥੋੜੀ ਜਿਹੀ ਅਲੱਗ ਜਿਹੀ ਹੋਈ, ਥੋੜੀ ਜਿਹੀ ਵੇਰੀਏਸ਼ਨ ਆਈ, ਫਿਰ ਜਦੋਂ ਬਾਹਰ ਕੋਈ ਫਿਰ ਉਵੇਂ ਚਲੀ ਗਈ, ਉਸ ਦੇ ਸਮਾਂਤਰ ਹੀ ਚਲੀ ਗਈ। ਤਾਂ ਇਹ ਸਾਰੀਆਂ ਕਿਰਨਾਂ ਕਿਹਨੂੰ ਕੀ ਕਹਿੰਦੇ ਇਹ ਸਾਰਾ ਆਪਾਂ ਇਹਦੇ 'ਚ ਸਿੱਖਾਂਗੇ। ਸਭ ਤੋਂ ਪਹਿਲਾਂ ਤਾਂ ਜਿਹੜੀ ਕਿਰਨ ਨੇ ਐਂਟਰ ਕੀਤਾ, ਸਭ ਤੋਂ ਪਹਿਲਾਂ ਜਿਹੜੀ ਕਿਰਨ ਨੇ ਐਂਟਰ ਕੀਤਾ ਇਹਨੂੰ ਅਸੀਂ ਇੰਗਲਿਸ਼ 'ਚ ਬੋਲਾਂਗੇ ਇਨਸੀਡੈਂਟ ਰੇ। ਇਨਸੀਡੈਂਟ ਰੇ ਜਿਹੜੀ ਪੰਜਾਬੀ 'ਚ ਅਸੀਂ ਇਹਨੂੰ ਬੋਲਾਂਗੇ ਆਪਤੀ ਕਿਰਨ। ਆਪਤੀ ਕਿਰਨ। ਉਸ ਤੋਂ ਬਾਅਦ ਜਿਹੜੀ ਆ ਵਿੱਚ ਆ ਗਈ, ਕਿਉਂਕਿ ਇਹ ਗਲਾਸ ਸਲੈਬ ਹੈ ਇਹਦੇ ਵਿੱਚ ਆ ਜਿਹੜੀ ਕਿਰਨ ਆਈ ਇਹਨੂੰ ਅਸੀਂ ਰਿਫਰੈਕਟਡ ਰੇ ਬੋਲਾਂਗੇ, ਇਹਨੂੰ ਅਸੀਂ ਅਪਵਰਤਨ, ਜਿਹਦਾ ਇਹਦਾ ਹੋਇਆ ਅਪਵਰਤਨ ਤਾਂ ਇਹਨੂੰ ਅਸੀਂ ਕਿਹੜੀ ਬੋਲਾਂਗੇ ਅਪਵਰਤਨ ਕਿਰਨ ਬੋਲਾਂਗੇ। ਮੈਂ ਸਿੱਧਾ ਇੱਥੇ ਲਿਖ ਦਿੰਨੀ ਆ ਰਿਫਰੈਕਟਡ ਰੇ, ਅਪਵਰਤਨ ਕਿਰਨ। ਉਸ ਤੋਂ ਬਾਅਦ ਇਹਦੇ 'ਚ ਤੀਸਰੀ ਕਿਰਨ ਵੀ ਇੱਕ ਹੋਰ ਵੀ ਹੈ, ਤਾਂ ਆ ਜਿਹੜੀ ਆਪਣੀ ਜਿਹੜੀ ਤੀਜੀ ਕਿਰਨ ਹੈ ਠੀਕ ਹੈ ਇਹਨੂੰ ਅਸੀਂ ਬੋਲਦੇ ਹਾਂ ਨਿਰਗਾਮੀ ਕਿਰਨ। ਨਿਰਗਾਮੀ ਆ ਜਿਹੜੀ ਰੇ ਹੈ ਇਹਨੂੰ ਅਸੀਂ ਬੋਲਦੇ ਹਾਂ ਨਿਰਗਾਮੀ ਕਿਰਨ। ਇੰਗਲਿਸ਼ 'ਚ ਇਹਨੂੰ ਬੋਲਦੇ ਆ ਇਮਰਜੈਂਟ ਰੇ। ਇਮਰਜੈਂਟ ਰੇ। ਹੁਣ ਆਪਾਂ ਉਹੀ ਸੇਮ ਟੌਪਿਕ ਤੇ ਚੱਲਦੇ ਆ। ਇਹਦੇ 'ਚ ਵੀ ਇਨਸੀਡੈਂਸ ਐਂਗਲ ਜਿਹੜੇ ਆ ਬਣਦੇ ਆ, ਰਿਫਰੈਕਟਡ ਐਂਗਲ ਵੀ ਇਹਦੇ 'ਚ ਬਣਦੇ। ਤਾਂ ਹੁਣ ਦੇਖਦੇ ਆ ਉਵੇਂ ਜਿਵੇਂ ਉਹਦੇ 'ਚ ਆਪਾਂ ਨਾਰਮਲ ਡਰਾ ਕਰਦੇ ਸੀ ਨਾ, ਪਰਪੈਂਡੀਕੂਲਰ ਹੁੰਦਾ, ਤਾਂ ਇਹਦੇ 'ਚ ਵੀ ਅਸੀਂ ਨਾਰਮਲ ਡਰਾ ਕਰਾਂਗੇ ਡਾਟਡ ਲਾਈਨ ਨਾਲ। ਇੱਥੇ ਵੀ ਅਸੀਂ ਇੱਕ ਨਾਰਮਲ ਡਰਾ ਕਰਾਂਗੇ ਡਾਟਡ ਲਾਈਨ ਨਾਲ। ਇਹ ਥੋੜਾ ਜਿਹਾ ਸਿੱਧਾ ਹੀ ਹੋਣਾ ਚਾਹੀਦਾ 90 ਡਿਗਰੀ ਦੇ ਅੰਦਰ। ਤਾਂ ਇਹ ਅਸੀਂ ਇਹਦੇ 'ਚ ਨਾਰਮਲ ਡਰਾ ਕਰਦੇ। ਇਹਨੂੰ ਸਮਝਣ ਲਈ ਈਜ਼ੀ ਕਰਨ ਲਈ ਅਸੀਂ ਸਾਰੇ ਕਿਤੇ ਨਾਮ ਲਿਖ ਦਿੰਦੇ ਹਾਂ, ਜਿਵੇਂ ਹਰੇਕ ਜਿਹੜਾ ਕਾਰਨਰ ਹੈ ਉਹਦਾ ਨਾਮ ਲਿਖ ਦਿੰਦੇ ਹਾਂ A B C
डी। उस तो बाद आ जी रे है इसका नेम भी लिख देंगे। इस पॉइंट में इस पॉइंट को असीं नाम देंगे ओ, इस पॉइंट को नाम दे देंगे ओ डैश, इत्थे कोई भी ई, इत्थे मान लो एफ नाम तो ईजीली सानू समझ आ सकता है, इसलिए मैं नेम देते हैं। उस तो बाद इहदे विच भी एंगल बनणगे उवें। उहदे च की सीगा कि जिहड़ी इंसीडेंट रे सी नॉर्मल दे नाल एंगल बनाउंदी सी उहनूं इंसीडेंस एंगल कहंदे सी। सेम इहदे च भी है, जिहड़ी आपदी किरण है वो इस लंब दे नाल अभिलंब दे नाल जदों एंगल बनाऊगी तां उहनूं असीं की कहने आ आपदे कोण, जिहनूं असीं की लिखांगे आई दे नाल। उस तो बाद इहदे च सेम चलदा ही रहूगा। हुण आपां अगर देखीए कि डबल डबल एंगल बन गए, जिवें इहनूं असीं बोल दांगे I1 क्योंकि दो इंसीडेंस एंगल बन गए, एक इत्थे भी तां बनूगा तां इहनूं बोलांगे असीं I2। ਇਹਦੇ ਵਿੱਚ ਆ ਜਿਹੜਾ ਐਂਗਲ ਬਣੂਗਾ ਇਹਨੂੰ ਅਸੀਂ ਬੋਲਾਂਗੇ R1, ਜਿਹੜਾ ਆਹ ਐਂਗਲ ਬਣੂਗਾ ਇਹਨੂੰ ਬੋਲਾਂਗੇ R2। I1 I2 R1 R2 ਵੈਸੇ ਇਹਦੇ ਵਿੱਚ ਚਾਰ ਐਂਗਲ ਬਣ ਰਹੇ ਆ, ਪਰ ਜਦੋਂ ਅਸੀਂ ਇਹਨੂੰ ਪੜਾਂਗੇ ਇਹਦੇ ਬਾਰੇ ਚ ਡਿਟੇਲ ਚ ਕਰਾਂਗੇ, ਇਹਨੂੰ ਯੂਜ਼ ਕਰਾਂਗੇ ਤਾਂ ਅਸੀਂ ਦੋ ਹੀ ਐਂਗਲ ਦੀ ਗੱਲ ਕਰਨੀ ਆ, I ਤੇ R। I ਅਸੀਂ I1 ਨੂੰ ਕਵਾਂਗੇ ਤੇ R ਅਸੀਂ R2 ਨੂੰ ਕਵਾਂਗੇ। ਬਸ ਇਹਨੂੰ ਅਸੀਂ I क्या ਕਰਾਂਗੇ एंगल ऑफ इंसीडेंस, एंगल ऑफ रिफ्रैक्शन। ਹੁਣ ਧਿਆਨ ਰੱਖਣਾ अपवर्तन कोण है, ਉਹਦੇ ਚ R प्रवर्तन कोण ਹੁੰਦਾ ਸੀ, ਇਹਦੇ ਚ अपवर्तन कोण है, ਉਹਦੇ ਚ रिफ्लेक्शन ਹੁੰਦਾ ਸੀ, ਇਹਦੇ ਚ रिफ्रैक्शन। ਤਾਂ ਇਹਨੂੰ ਅਸੀਂ R ਲਿਖ ਦਾਂਗੇ ਉਹਦੇ ਵਿੱਚ। ਇਹ ਸਾਰਾ ਜਿਹੜਾ ਹੋ ਗਿਆ ਆਪਣੇ ਕੋਲ ਇੱਕ ਐਕਸਪੈਰੀਮੈਂਟ ਹੋ ਗਿਆ ਕਲਾਸ ਲੈਬ ਦਾ। ਹੁਣ ਆਪਾਂ ਇਹਨੂੰ ਬੜੇ ਧਿਆਨ ਨਾਲ ਸਮਝਾਂਗੇ ਕਿਵੇਂ ਕਿ ਹਰੇਕ ਜਗ੍ਹਾ ਤੇ ਮੀਡੀਅਮ ਅਲੱਗ-ਅਲੱਗ ਹੈ, ਮਾਧਿਅਮ ਹੈ ਜਿਹੜਾ ਉਹ ਅਲੱਗ-ਅਲੱਗ ਹੈ। ਇੱਥੇ ਮੰਨ ਲਓ ਹਵਾ ਹੈ, ਸਾਰੇ ਕਿਤੇ ਕੀ ਹੈ 에ਅਰ ਹੈ, ਹਵਾ ਹੈ, ਇੱਥੇ ਵੀ ਹਵਾ ਹੀ ਹੈ एयर, पर आ विचाले साडे कोले ग्लास स्लैब। ਇਹਦਾ मतलब ਜਿਹੜੀ ਰੇ है पहला वो हवा तो ग्लास च एंटर करूगी, फिर ग्लास तो फिर एयर च चली जाऊगी। भी माध्यम है ਜਿਹੜੀ किरण हैगी है वो आपदा बार-बार मीडियम बदल रही है। प्रकाश की किरण आपदा बार-बार मीडियम बदल रही है। सब तो पहला वो हवा च है, हवा चो वो कंच के टुकड़े च जाऊगी, कंच के टुकड़े तो फिर हवा दे विच आऊगी। ਤਾਂ ਇਹਦੇ ਕਾਰਨ ਕੀ ਹੋ ਰਿਹਾ ਹੈ, ਜਿਹੜੀ ਆ ਰੇ ਹੈ ਇਹ ਤੇ ਹੀ ਜਿਹੜਾ ਪਾਥ ਹੈ ਉਹ ਬਦਲ ਰਿਹਾ। ਜਿਹੜਾ ਰਿਫਲੈਕਸ਼ਨ ਸੀ ਉਹ ਚ ਅਸੀਂ ਆ ਗੱਲ ਕੀਤੀ ਨਹੀਂ ਵੀ ਕਿਸੇ ਮੀਡੀਅਮ ਚ ਐਂਟਰ ਕੀਤੀ ਫਿਰ ਉੱਥੇ ਕਿਵੇਂ ਮੁੜੀ ਤੇ ਫਿਰ ਕਿਵੇਂ ਵਾਪਸ ਆਈ। ਉਹ ਚ ਸਿੱਧਾ ਅਸੀਂ ਡਿਸਕਸ ਕੀਤਾ ਵੀ ਕੋਈ ਆਏ ਆਪਣੇ ਕੋਲੇ ਮਿਰਰ ਆ, ਉਹਦੇ ਨਾਲ ਬਸ ਟਕਰਾ ਕੇ ਵਾਪਸ ਆ ਗਈ, ਸਿਰਫ ਉਹਨੂੰ ਟੱਚ ਕਰਕੇ ਵਾਪਸ ਗਈ, ਕਿਸੇ ਦੇ ਮਤਲਬ ਮੀਡੀਅਮ ਦੇ ਵਿੱਚ ਐਂਟਰ ਨਹੀਂ ਕੀਤੀ। पर जिहड़ा अपवर्तन है रिफ्रैक्शन है ਇਹਦਾ मेन मकसद यह है भी ਇਹਦੇ ਚ एंटर करूगी, किसी मीडियम ਦੇ ਵਿੱਚ ਜਾਊਗੀ, ਉਸ ਤੋਂ ਬਾਅਦ ਫਿਰ ਕਿਸੇ ਹੋਰ ਮੀਡੀਅਮ ਚ ਜਾਊਗੀ। ਹੁਣ ਜਿਹੜੀ ਹਵਾ ਹੈ ਇਹ ਹੁੰਦੀ ਹੈ 에ਅਰ ਹੈ ਨਾ ਬਾਹਰਲੀ ਸਾਈਡ, ਤਾਂ ਇਹਨੂੰ ਅਸੀਂ ਕੀ ਕਹਿੰਦੇ ਆ 에ਅਰ ਇੱਕ ਰੇਅਰ ਮੀਡੀਅਮ ਹੈ, ਰੇਅਰ ਮੀਡੀਅਮ ਹੈ, ਰੇਅਰ ਵੀ ਬੋਲ ਦਿੰਦੇ ਆ ਪੰਜਾਬੀ ਚ ਇਹਨੂੰ ਬੋਲਾਂਗੇ ਕਿ ਇਹ ਵਿਰਲ ਮਾਧਿਅਮ ਹੈ, ਵਿਰਲ ਮਾਧਿਅਮ। एयर हवा एक विरल माध्यम है, रेयर मीडियम है। उस तो बाद जिहड़ी ग्लास स्लैब है, ग्लास है जिहड़ा वो एक डेंसर मीडियम है, संघना मीडियम है। विरल ते संघना चीज का सानू पता है, जिहदे मॉलिक्यूल दूर दूर होण वो विरला हुंदा है जां रेयर हुंदा है, ते जिहदे नेड़े नेड़े होण मॉलिक्यूल ਉਹ ਕਿਹੜਾ ਹੁੰਦਾ ਹੈ ਡੈਂਸਰ ਹੁੰਦਾ ਹੈ। ਇੱਥੋਂ ਪਤਾ ਲੱਗਦਾ ਹੈ ਵੀ ਹਵਾ ਤਾਂ ਰੇਅਰ ਮੀਡੀਅਮ ਹੈ, ਆ ਡੈਂਸਰ ਹੈ, ਆਹ ਵੀ ਆਪਣੇ ਕੋਲੇ ਰੇਅਰ ਮੀਡੀਅਮ ਹੈ। ਹੁਣ ਗੱਲ ਆਉਂਦੀ ਆ ਅੱਗੇ, ਇਹਦੇ ਚ ਆਪਾਂ ਦੇਖਾਂਗੇ ਵੀ ਜਦੋਂ ਤਾਂ ਜਿਹੜੀ ਕਿਰਨ ਹੈ ਉਹ ਰੇਅਰ ਟੂ ਡੈਂਸਰ ਜਾਂਦੀ ਹੈ ਉਦੋਂ ਉਹ ਕਿਵੇਂ ਮੂਵ ਕਰਦੀ ਹੈ, ਜੇ ਡੈਂਸਰ ਤੋਂ ਰੇਅਰ ਜਾਂਦੀ ਹੈ ਉਹ ਕਿਵੇਂ ਮੂਵ ਕਰਦੀ ਹੈ। ਤੁਸੀਂ ਇਸ ਡਾਇਗਰਾਮ 'ਚ ਦੇਖੋ, ਨਾਲ ਨਾਲ ਮੇਰੀ ਗੱਲ ਨੂੰ ਸਮਝੋ। ਜਦੋਂ ਜਿਹੜੀ ਪ੍ਰਕਾਸ਼ ਦੀ ਕਿਰਨ ਹੈ ਉਹ ਰੇਅਰ ਮੀਡੀਅਮ ਤੋਂ ਡੈਂਸਰ 'ਚ ਐਂਟਰ ਕੀਤੀ, ਹਵਾ ਇੱਕ ਰੇਅਰ ਮੀਡੀਅਮ ਹੈ, ਉਹਦੇ ਤੋਂ ਕਿੱਧਰ ਗਈ ਡੈਂਸਰ ਦੇ ਵਿੱਚ ਐਂਟਰ ਕੀਤੀ, ਤਾਂ ਉਹ ਕਿੱਧਰ ਨੂੰ ਆਈ ਨਾਰਮਲ ਦੇ ਵੱਲ ਆਈ, ਨਾਰਮਲ ਦੇ ਬਿਲਕੁਲ ਨੇੜੇ ਹੈ। ਤਾਂ ਆਪਾਂ ਕਹਾਂਗੇ ਕਿ ਜਦੋਂ ਆਏ ਹੋਊਗਾ ਤਾਂ ਉਹ ਹਮੇਸ਼ਾ ਟੁਵਾਰਡਸ ਨਾਰਮਲ ਹੋਊਗੀ, ਟੁਵਾਰਡਸ ਨਾਰਮਲ, ਜਾਂ ਕਹਿ ਸਕਦੇ ਆ ਅਭਿਲੰਬ ਦੇ ਵੱਲ, ਅਭਿਲੰਬ ਦੇ ਵੱਲ। ਜਦੋਂ ਪ੍ਰਕਾਸ਼ ਦੀ ਕਿਰਨ ਵਿਰਲ ਮਾਧਿਅਮ ਤੋਂ ਸੰਘਣੇ ਮਾਧਿਅਮ ਦੇ ਵਿੱਚ ਜਾਊਗੀ ਤਾਂ ਉਹ ਹਮੇਸ਼ਾ ਅਭਿਲੰਬ ਦੇ ਵੱਲ ਹੀ ਵਿਚਲਿਤ ਹੋਊਗੀ, ਹਮੇਸ਼ਾ ਕਿੱਧਰ ਜਾਊਗੀ ਅਭਿਲੰਬ ਦੇ ਵੱਲ। ਉਸ ਤੋਂ ਬਾਅਦ ਅਗਲਾ ਆਪਾਂ ਕਰਦੇ ਹਾਂ, ਜਦੋਂ ਉਹ ਡੈਂਸਰ ਤੋਂ ਰੇਅਰ
ग्लास ते रेयर मतलब फिर हवाई एयर, तो वो अवे फ्रॉम नॉर्मल हो देखो नॉर्मल तो इतने चलता है रे उधर चली गई तो नॉर्मल तो होगी दूर, अवे फ्रॉम नॉर्मल, अवे फ्रॉम नॉर्मल। तो आप कह सकते हैं अभिलंब तो परे, अभिलंब तो परे। ये सारा जिहड़ा साडा हैगा अपवर्तन का टॉपिक है, यह अपवर्तन। तो अपवर्तन की है जदों प्रकाश की किरण एक माध्यम तो किसी दूजे माध्यम से जाती है तो वह आपका जिहड़ा रस्ता है, आपका जिहड़ा पाथ है उन्होंने बदलती है, इको सरल रेखा च नहीं जाती, उन्होंने बदलती किवें बदलती है, जे तो वह विरले माध्यम तो संघने रेयर तो डेंसर च जाती है तो हमेशा नॉर्मल दे वल होगी, मतलब अभिलंब दे वल झुकूगी। अगर वो डेंसर तो रेयर जाती है तो हमेशा नॉर्मल तो दूर होगी, अभिलंब तो वो परे होगी। ये मेन मुद्दा है जिवें आपां उस टॉपिक दे विच कीता सीगा परिवर्तन दे विच आपां कीता सीगा कि इहदे कोई नियम है, उवें इहदे भी नियम है, मैं इत्थे ही करवा दिंदी इह नियम भी, इहदे भी साडे कोले नियम है, दो नियम है इहदे भी रिफ्रैक्शन दे, फर्स्ट सैकेंड बहुत ईजी है, सेम ओहदे वर्गे लगदे है भी। ये पहला जिहड़ा नियम है वो कहते कि जिहड़ी आपती किरण है, जिहड़ी अपवर्तन किरण है ते जिहड़े दोने कोण है, आह जिहड़े दोवें कोण है ये सारे एक तल च होणगे, ये सारे एक प्लेन च ही होणगे, वही सारा उहदे च भी यही नियम सीगा ते इहदे विच भी आ गया। बस इन्हां जगह ते नाम याद कर लो तुसीं की है, आपती किरण है, अपवर्तन ते जिहड़े दोवें एंगल बने आपती कोण ते अपवर्तन कोण। आपतन बिंदु है जिहड़ा ये भी नाम आपतन बिंदु उहदे च एक ही सीगा, इहदे च दो आपतन बिंदु है, तो जिहड़ा आपतन बिंदु है जिहड़ियां ये चार चीज़ां है ये सारियां एक तल च रहणगियां, मतलब ये सारियां चीज़ां एक प्लेन दे विच लाई करनगियां। ये तां हैगा इहदा पहला जिहड़ा लॉ है इहदा पहला कि सेम प्लेन, मैं इत्थे लिख दिंदी हां सेम प्लेन का ध्यान रह जूगा कि सारे एक तल दे विच एक तल विच, ये तां हैगा इहदा पहला लॉ। जिहड़ा दूजा है दूजा लॉ नूं बहुत इंपॉर्टेंट है, इहनूं नाम दिता गया स्नैल्स लॉ, दूजा जिहड़ा लॉ है इहनूं आपां स्नैल्स लॉ नाम दिता गया। हुण स्नैल्स लॉ की है, स्नैल्स लॉ ने कहा कि जिहड़ा साइन मैथ च तुसीं करिआ है ट्रिग्नोमैट्रिक फंक्शन साइन ते कॉस, स्नैल्स लॉ के अकॉर्डिंग जिहड़ा साइन ऑफ इंसीडेंस एंगल होगा ते साइन ऑफ रिफ्रैक्टेड एंगल होगा वो हमेशा कांस्टेंट रहूगा, मतलब फिक्स रहूगा, साइन आई बटे साइन आर। हम देखो दोबारा समझाउणी है तुहानूं आ गल, आ दो नियम आ साडे रिफ्लैक्शन दे मतलब अपवर्तन दे, पहला तो हैगा सेम प्लेन च लाई करनगे, जिहड़ा दूजा नियम है वो की कहता है कि इंसीडेंस एंगल दा मतलब जिहड़ा आपती कोण है ओदा जे असीं साइन कर दईए, ठीक है साइन फंक्शन ले लियो ओदा, ते जिहड़ा साडा अपवर्तन कोण है ओदा भी साइन फंक्शन ले लिए, दोवां दी रेशियो ले लिए, दोवां दा अनुपात कढ लिए, दोवां दा साइन मतलब आई ते साइन आर लेके उन्हां दा जदों अनुपात कढांगे तां जिहड़ी वैल्यू आऊगी वो कांस्टेंट आऊगी, कांस्टेंट मतलब स्थिर अंक होगा, वो फिक्स रहूगी। तो ये स्नैल्स का नियम भी इनू कह देंगे, स्नैल्स लॉ भी इनू कह देंगे, रिफ्लैक्शन दे विच यूज होंदा है। टॉपिक तो वैसे बहुत ज़्यादा ईजी सीगा, फिर भी ना पता लगे तो तुसीं दोबारा भी पूछ सकते हो, एक बार एक्सप्लेन होर कर दिंदी हां मैं। कोई भी जिहड़ा रियल मीडियम है उहदे तो रे एंटर कीती इंसीडेंट रे, उस तो बाद रिफ्रैक्टेड होगी, इनू एमरजेंट रे बोलांगे, निर्गामी किरण बोलांगे, उवें इहदे च सारी आपां कोण कढ ले कि किहड़ा किहड़ा है। एक इहदे च आ रूल लगूगा कि जदों रेयर टू डेंसर जाऊ तां अभिलंब ते किहड़ी साइड होना है ते डेंसर तो रेयर वल किहड़ी साइड होना है। ये सारा आ जिहड़ी चीज़ है यही रीजन है भी क्यों सानू पेंसिल दे एक सिरा मुड़िया नज़र आउंदा है, क्यों सानू सिक्का उपर नूं उठिया नज़र आउंदा है, तां आही कारण है ओहदा। उस तो बाद इहदे जिहड़े लॉ आ गए तां फर्स्ट लॉ तां कहंदा भी सारे एक तल दे विच होणगे, दूजा जिहड़ा इहनूं स्नैल्स लॉ भी नाम दिता होया है। स्नैल्स लॉ ने कहा भी साइन ऑफ इंसीडेंट एंगल ते साइन ऑफ रिफ्रैक्टेड एंगल ये ऑलवेज कांस्टेंट रहणगे। हुण आपां इहदे तो अगला टॉपिक एक स्टार्ट करदे हां, इहदे नाल मिलदा जुलदा ही है छोटा जिहा टॉपिक अपवर्तक अंक, जिन्हों असीं इंग्लिश बोलते हैं रिफ्रैक्टिव इंडेक्स। ये न्यूमेरिकल बहुत इंपॉर्टेंट होंगे आ,
वैसे बहुत इंपॉर्टेंट ते ईजी टॉपिक है, कुछ भी खास नहीं है, बस थोड़ा जिहा ध्यान नाल आपां सुनना है। तो जिहड़ा अपवर्तन अंक है, रिफ्रैक्टिव इंडेक्स है, ये सानूं दसदा है भी जिहड़े दोवें माध्यम है उन्हां दे विच कि कितनी स्पीड है, लाइट की स्पीड कितनी है, उहदी रेशो नूं दसदा है। जिवें कि देखो रिफ्रैक्टिव इंडेक्स या अपवर्तन अंक नूं आपां म्यू दे नाल डिनोट करदे हैं, इहनूं बोलदे हैं म्यू, इहनूं डिनोट करदे हैं आपां म्यू दे नाल, ठीक है, म्यू बोलदे हैं इहनूं। तो म्यू दे नाल आपां इहनूं दिखाउने हैं भी आह रिफ्रैक्टिव इंडेक्स है जां अपवर्तक अंक है। उस तो बाद इहनूं असीं लिख सकदे हैं C/V। हुण मैं समझाउणी है तुहानूं, ये मेन फॉर्मूला है, फिर आपां फॉर्मूले तो अगे इहनूं समझदे हैं। तो जिहड़ा अपवर्तक अंक होगा ਉਹ दो स्पीड्स दी दो चालां दा अनुपात है। किवें जिहड़ा C है ਇਹਦਾ मतलब हैगा स्पीड ऑफ लाइट इन एयर ते V दा मतलब है स्पीड ऑफ लाइट इन एनी मीडियम कोई भी XYZ कुछ भी हो सकता है। जिवें आपां हुणे रिफ्रैक्शन कीता ਉਹਦੇ ਚ ਆਪਾਂ ਇੱਕ ਤਾਂ एयर ਲਈ ਸੀ, दूजा ਆਪਾਂ ग्लास लिया सी। कई बार एयर ते नाल वाटर भी हो सकता है, कोई भी दूजा मीडियम कुछ भी हो सकता है। पहला मीडियम असीं हमेशा एयर लैना। तो एयर की जिहड़ी तुहानूं मैं स्पीड दसी सी वो सीगी 3 × 10⁸ मीटर पर सैकेंड। आ मान लो कुछ भी नहीं हैगी साडे कोले, तां मैं एक बारी V ही लिखता। तो ये जिहड़े न्यूमेरिकल जदों आउणगे तां आपां नूं क्या चाहूगा, अपवर्तक अंक फाइंड आउट करो, रिफ्रैक्टिव इंडेक्स कढो। थोड़े कोले प्रकाश की जिहड़ी चाल है वो किसी मीडियम दे विच इन्नी है, मतलब सानू आ V दिता होगा, दोवां नूं डिवाइड करिया म्यू कढ लांगे। मोस्ट ऑफ द टाइम की होगा भी साडे कोले जिहड़ी स्पीड है किसी भी मीडियम की, जिहड़ा भी मीडियम चाहे वो वाटर लै रहे हैं चाहे वो ग्लास लै रहे हैं, तो स्पीड लाइट की उहदे च दित्ती होगी, मतलब V सानू हमेशा दिता ही होगा। असीं दोवां दी रेशो, दोवां दा अनुपात कढ लांगे डिवाइड करके, तो म्यू की वैल्यू आ जाएगी। पर कई बार ये भी हो सकता है भी सानू म्यू दिता होवे, मान लो म्यू दिता है 2.5, C अपने कोले तां हैगा ही है, C तां कदे भी दिता होगा, आपां नूं याद ही रखना है 3 × 10⁸ मीटर पर सैकेंड। जिहड़ी लाइट की स्पीड एयर च है ना उहनूं C लिखदी है, ध्यान रखना। हवा दे विच जिहड़ी प्रकाश की चाल है उहनूं हमेशा C नाल लिखना। बाकी जिहड़ियां सारियां चालां होणगीਆਂ उहनां नूं असीं की लिखांगे V दे नाल, बाकी कोई भी स्पीड है उहनूं असीं V नाल लिखांगे। सानू कई बार क्वेश्चन च म्यू ते C दे दिंदे हैं, कह देंगे V फाइंड आउट करो, कर लांगे, फॉर्मूला का ही यूज होना है ना, म्यू = C/V। तो V फाइंड करना, V को इधर ले आओ, फॉर्मूला बन जाएगा C/म्यू। C की वैल्यू है 3 × 10⁸, म्यू हैगा 2.5, डिवाइड करांगे सॉल्व करांगे हो जाएगा। कैलकुलेशन से सानू थोड़ी जी प्रॉब्लम आ सकती है, किवें आ जिहड़ियां 10 दी पावर्स है ना ये सानू कंफ्यूज कर सकती है। मान लो आ कैलकुलेशन इहदा तरीका है, वाला कंफ्यूज होने की कोई जरूरत नहीं। 2.5 जिहड़ी 10 दी पावर 8 है ना, इहनूं कुछ नहीं करना, तुसीं एक बार उवें ही चलन देना। 3 × 10⁸ तो उन्हें लिख लिया, 2.5 है ना, इनू तुसी 25/10 लिख सकते हो, 25/10 भी लिख सकते हो ना, बटे च होना सी 10 तो ऊपर चला गया, डेसिमल दे करके 10 लगाता सी इहदे च। हुण इहनू कैंसल करके देख लो, कट लो जिहड़ा कट्टी दा 5 2 ਜਾਂ 10 ਇੱਥੇ 5 आ जाओ, तो साडे कोल की बच गया 6/5 × 10 ਦੀ ਪਾਵਰ 8। हुण जिहड़ा 6/5 है, 6 ਨੂੰ 5 ਨਾਲ डिवाइड कर दो, ये बन जूगा 1.2 × 10⁸। ठीक है, तो आ साडे कोले जिहड़ी स्पीड आ गई किसी भी मीडियम की रिक्वायर्ड सी। मैं की समझाया इहदे च भी जिहड़ी 10 ਦੀ ਪਾਵਰ 8 है ना, ਉਹਦਾ ਅਸੀਂ कुछ भी नहीं कीता, ਉਹਨੂੰ ਨਾਲ ਲੈ ਕੇ ਚੱਲਦੇ ਰਹੇ, ਬਾਕੀ ਜਿਹੜੀ ਚੀਜ਼ ਸੀ ਉਹਨੂੰ ਸੋਲਵ ਕਰ ਲਿਆ। ਕਿਤੇ ਤੁਸੀਂ ਇਹਨੂੰ ਖੋਲ ਲੈਂਦੇ 0 0 0 ਕਰਕੇ, ਫਿਰ ਤਾਂ ਹੋ ਗਿਆ ਸੀ ਬੇੜਾ ਪਾਰ, ਹੋਣਾ ਹੀ ਸੀਗਾ क्वेश्चन सॉल्व, सारा का सारा टाइम ਇਹਦੇ 'ਚ ਹੀ ਚਲਾ ਜਾਣਾ। ठीक है, तो फिर तुसी की करना है, ये जिहड़ी कोई भी वैल्यू सानू दित्ती होगी इहनूं नहीं तुसी ओपन करना, कुछ नहीं करना, इहनूं नाल लेके चलना, बस आई भी नहीं इहनूं उत्थे ही छड्डिया होगा, गलत हो जाऊगा, फिर इहनूं नाल लेके चलना है, बाकी नूं सॉल्व करदे रहो। भी आई भी क्वेश्चन आ सकदा, बी कड्ढण नूं भी कह सकदे आ, ज़्यादातर म्यू कड्ढण कहणगे, तो फिर उदों आ लगा। तो इत्थे ही अपना जिहड़ा टॉपिक है वो कंप्लीट हो जाता है। थैंक यू सो मच।